ਹੈਲੋ ਸਟੂਡੈਂਟਸ, ਆਪਾਂ ਮੰਚ ਮਹਿਕ ਦੀ ਪਹਿਲੀ ਕਾਂਗੀ ਸੁਹਾਗ ਦੇ 2 ਪਾਰਟ ਪਹਿਲਾਂ ਕਰ ਚੁੱਕੇ ਹਾਂ ਤੇ ਤੀਸਰਾ ਤੇ ਆਖਰੀ ਪਾਰਟ ਆਪਾਂ ਅੱਜ ਕਰਾਂਗੇ। ਆਓ ਜਰਾ ਦੇਖਦੇ ਹਾਂ ਕਿ ਪਿਛਲੇ 2 ਪਾਰਟ ਵਿੱਚ ਕਹਾਣੀ ਕਿੱਥੇ ਤੱਕ ਪਹੁੰਚੀ ਸੀ। ਆਪਾਂ ਦੇਖਿਆ ਸੀ ਕਿ ਕੌਰਾ ਤੇ ਹੁਸ਼ਿਆਰਚੰਦ ਦੀ ਆਪਸ ਵਿੱਚ ਬਹਿਸ ਹੋ ਰਹੀ ਸੀ ਕਿਉਂਕਿ ਹੁਸ਼ਿਆਰਚੰਦ ਚਾਹੁੰਦਾ ਸੀ ਕਿ ਉਹ ਆਪਣੀ ਕੁੜੀ ਦਾ ਵਿਆਹ ਇੱਕ ਬੁੱਢੇ ਨਾਲ ਕਰੇਗਾ, ਪਰ ਕੌਰਾ ਇਸ ਗੱਲ ਵਾਸਤੇ ਮੰਨ ਨਹੀਂ ਰਹੀ ਸੀ। ਦੋਹਾਂ ਦੀ ਆਪਸ ਇਸ ਗੱਲ ਨੂੰ ਲੈ ਕੇ ਸਹਿਮਤੀ ਨਹੀਂ ਹੋ ਰਹੀ ਸੀ ਤੇ ਦੋਨੋਂ ਆਪਸ ਵਿੱਚ ਲੜਾਈ ਕਰ ਰਹੇ ਸੀ। ਆਓ ਆਪਾਂ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ। ਕੌਰਾ ਕਹਿੰਦੀ ਹੈ, ਬਸ ਇੱਕ ਤੂੰ ਹੀ ਚਤਰਾ ਰਹਿ ਗਿਆ ਹੈ। ਚਤਰਾ ਬੱਚੋ ਚਲਾਕ ਨੂੰ ਕਿਹਾ ਗਿਆ ਹੈ। ਉਹ ਕਹਿੰਦੀ ਬਸ ਤੂੰ ਹੀ ਇੱਕ ਚਲਾਕ ਰਹਿ ਗਿਆ ਹੈ। ਖਬਰੇ ਤੇਰੀਆਂ ਚਤਰਾਈਆਂ ਨੇ ਕੀ ਚੰਦ ਚਾੜਨਾ ਹੈ। ਕਹਿੰਦੀ ਤੇਰੀਆਂ ਇਹ ਚੁਸਤ ਚਲਾਕੀਆਂ ਤੈਨੂੰ ਪਤਾ ਨਹੀਂ ਕਿੱਥੇ ਲੈ ਕੇ ਜਾ ਕੇ ਡਬੋਣਗੀਆਂ। ਤੂੰ ਕੀ ਸਾਡਾ ਮੂੰਹ ਕਾਲਾ ਕਰਾਏਂਗਾ। ਚੰਦ ਚਾੜਨਾ ਮਤਲਬ ਲੋਕ ਲਾਜ, ਤੈਨੂੰ ਤਾਂ ਸ਼ਰਮ ਹੈ। ਤੈਨੂੰ ਤਾਂ ਆਪਣੇ ਸਾਕਾਂ ਅੰਗਾਂ ਦੀ ਵੀ ਸ਼ਰਮ ਨਹੀਂ। ਕਹਿੰਦੇ ਤੈਨੂੰ ਤਾਂ ਤੈਨੂੰ ਕਿਸੇ ਵੀ ਗੱਲ ਦੀ ਸ਼ਰਮ ਨਹੀਂ ਹੈ। ਨਾ ਤੂੰ ਕਿਸੇ ਆਪਣੇ ਰਿਸ਼ਤੇਦਾਰ ਦੀ ਸ਼ਰਮ ਕਰਦਾ ਹੈ, ਨਾ ਤੂੰ ਪਿੰਡ ਵਾਲਿਆਂ ਦੀ ਸ਼ਰਮ ਕਰਦਾ ਹੈ ਕਿ ਲੋਕੀ ਕੀ ਕਹਿਣਗੇ। ਹੁਸ਼ਿਆਰਚੰਦ ਕਹਿੰਦਾ ਹੈ, ਐਵੇਂ ਬੱਕੜਵਾ ਨਾ ਕਰੀ ਜਾ। ਬੱਕੜਵਾ ਬੱਚੋ ਬਕਵਾਸ, ਕਿ ਤੂੰ ਫਾਲਤੂ ਨਾ ਬੋਲੀ ਜਾ। ਸੁਣ ਧਿਆਨ ਨਾਲ ਮੇਰੀ ਗੱਲ ਸੁਣ, ਮੈਂ ਜੋ ਕੁਝ ਕੀਤਾ ਹੈ ਆਪਣੇ ਫਾਇਦੇ ਲਈ ਕੀਤਾ ਹੈ। ਸੋ ਬੱਚਿਓ ਇੱਥੇ ਜਾਣਨ ਦੀ ਲੋੜ ਹੈ ਕਿ ਹੁਸ਼ਿਆਰਚੰਦ ਇੱਥੇ ਗੱਲ ਕਹਿ ਰਿਹਾ ਹੈ ਕਿ ਇਹ ਰਿਸ਼ਤਾ ਜੋ ਮੈਂ ਕੀਤਾ ਹੈ ਆਪਣੇ ਫਾਇਦੇ ਲਈ ਕੀਤਾ ਹੈ। ਕੌਰਾ ਕਹਿੰਦੀ ਸਵਾਹ ਤੇ ਮਿੱਟੀ। ਕਹਿੰਦੀ ਕੋਈ ਮੈਨੂੰ ਨਹੀਂ ਲੱਗਦਾ ਤੇਰਾ ਫਾਇਦਾ ਇਹਦੇ ਵਿੱਚ ਕੀ ਹੋਣਾ ਹੈ। ਤੂੰ ਬੁੜੇ ਦੇ ਲੜ ਕੁੜੀ ਨੂੰ ਲਾ ਰਿਹਾ ਹੈ। ਹੁਸ਼ਿਆਰਚੰਦ ਪਾਗਲ ਹੋ ਗਈ ਹੈ ਤੂੰ, ਸਿਰ ਫਿਰ ਗਿਆ ਤੇਰਾ। ਸੁਣ ਸੁੱਖ ਨਾਲ 2 ਕੁੜੀਆਂ ਵਿਆਹੁਣੀਆਂ ਬੂਹੇ ਬੈਠੀਆਂ ਨੇ। ਉਹ ਕਹਿੰਦਾ ਦੇਖ 2 ਕੁੜੀਆਂ ਦੇ ਵਿਆਹ ਕਰਨੇ ਨੇ, ਹੁਣ ਇਹ ਆਪਾਂ ਇਸ ਦਾ ਵਿਆਹ ਕਰ ਦਈਏ, ਫਿਰ ਦੂਜੀ ਬਾਰੇ ਸੋਚਾਂਗੇ। ਕੌਰਾ ਕਹਿੰਦੀ ਫੇਰ। ਹੁਸ਼ਿਆਰਚੰਦ ਕਹਿੰਦਾ ਤੇ ਸਾਰੀ ਉਮਰ ਖਾਣ ਲਈ ਪਈ ਹੈ। ਵੀ ਸਾਰੀ ਉਮਰ ਸਾਡੀ ਵੀ ਪਈ ਹੈ, ਮਤਲਬ ਕਿ ਸਾਨੂੰ ਹਜੇ ਖਾਣ ਪੀਣ ਲਈ ਪੈਸੇ ਵੀ ਚਾਹੀਦੇ ਨੇ, ਕੁੜੀਆਂ ਦਾ ਵਿਆਹ ਵੀ ਕਰਨਾ, ਸਾਡੇ ਕੋਲ ਪੈਸੇ ਤਾਂ ਹੈ ਨਹੀਂ। ਕੌਰਾ ਕਹਿੰਦੀ ਫੇਰ। ਹੁਸ਼ਿਆਰਚੰਦ ਕਹਿੰਦਾ ਤੇ ਕਰਜ਼ੇ ਵਾਲਿਆਂ ਨੇ ਗਲ ਗੁੱਠਾ ਦਿੱਤਾ ਹੋਇਆ ਹੈ। ਗਲ ਗੁੱਠਾ ਦੇਣਾ, ਕਿਸੇ ਦਾ ਗਲਾ ਦਬਾ ਕੇ ਰੱਖਣਾ, ਕਿਸੇ ਨੂੰ ਤੰਗ ਕਰਨਾ। ਕਹਿੰਦਾ ਕਰਜ਼ੇ ਵਾਲੇ ਮੈਨੂੰ ਬਹੁਤ ਤੰਗ ਕਰ ਰਹੇ ਨੇ ਕਿਉਂਕਿ ਮੈਂ ਉਹਨਾਂ ਦੇ ਪੈਸੇ ਦੇਣੇ ਨੇ। ਕੌਰਾ ਕਹਿੰਦੀ ਫੇਰ। ਹੁਸ਼ਿਆਰਚੰਦ ਕਹਿੰਦਾ ਰਹਿੰਦੀ ਖੁੰਦੀ ਰਿਣੀ ਚੁਣੀ ਵੀ ਕੁਰਕ ਕਰਾ ਲੈਣਗੇ। ਉਹ ਕਹਿੰਦੇ ਆ ਵੀ ਇੰਨਾ ਕਰਜ਼ਾ ਦੇਣਾ, ਰਹਿੰਦੀ ਖੁੰਦੀ ਰਿਣੀ ਚੁਣੀ ਵੀ ਕੁਰਕ ਕਰਾ ਲੈਣਾ, ਜਿੰਨੇ ਕਿ ਸਾਡੇ ਕੋਲ ਜ਼ਮੀਨ ਜਾਇਦਾਦ ਹੈ ਇਹ ਵੀ ਸਾਨੂੰ ਵੇਚਣੀ ਪੈ ਜਾਏਗੀ। ਕੌਰਾ ਕਹਿੰਦੀ ਫੇਰ। ਹੁਸ਼ਿਆਰਚੰਦ ਕਹਿੰਦਾ ਤੇ ਫੇਰ ਘਰ ਤਾਂ ਰਾਤ ਦੇ ਖਾਣ ਜੋਗਾ ਵੀ ਨਹੀਂ ਹੋਏਗਾ। ਉਹ ਕਹਿੰਦਾ ਆਪਣੇ ਕੋਲ ਤਾਂ ਕੋਈ ਪੈਸੇ ਨਹੀਂ ਹੋਣਗੇ, ਆਪਣੀ ਜ਼ਮੀਨ ਜਾਇਦਾਦ ਸਾਰਾ ਘਰ ਚਲਾ ਜਾਏਗਾ, ਸਾਡੇ ਕੋਲ ਤਾਂ ਇੱਕ ਟਾਈਮ ਦੇ ਖਾਣੇ ਜੋਗੇ ਵੀ ਪੈਸੇ ਨਹੀਂ ਹੋਣਗੇ। ਕੌਰਾ ਕਹਿੰਦੀ ਫੇਰ। ਹੁਸ਼ਿਆਰਚੰਦ ਫੇਰ ਕੀ ਹੈ, ਮੈਂ ਤਾਂ ਉਹ ਹੀਲਾ ਸੋਚਿਆ ਸੀ। ਹੀਲਾ ਬੱਚਿਓ ਇਲਾਜ ਕਿਸੇ ਗੱਲ ਦਾ। ਮੈਂ ਤਾਂ ਕਹਿੰਦਾ ਇਹ ਸੋਚਿਆ ਸੀ ਜਿਹਦੇ ਨਾਲ ਸੱਪ ਵੀ ਮਰ ਜਾਏ ਤੇ ਸੋਟਾ ਵੀ ਨਾ ਟੁੱਟੇ। ਕਹਿੰਦਾ ਮੈਂ ਤਾਂ ਕੁਝ ਇਹੋ ਜਿਹੀ ਜੁਗਤ ਬਣਾਈ ਸੀ ਕਿ ਜਿਹਦੇ ਨਾਲ ਸਾਡੇ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਹੋ ਜਾਏਗਾ। ਕੌਰਾ ਕਹਿੰਦੀ ਮੈਂ ਤੇਰੀ ਗੱਲ ਨਹੀਂ ਸਮਝੀ। ਹੁਸ਼ਿਆਰਚੰਦ ਕਹਿੰਦਾ ਤਦੇ ਤਾਂ ਮੈਂ ਕਹਿਣਾ ਪਈ ਤੂੰ ਬੇਵਕੂਫ ਹੈ। ਹੋਰ ਬੇਵਕੂਫਾਂ ਦੇ ਸਿਰਾਂ ਕੋਈ ਸਿੰਘ ਹੁੰਦੇ ਨੇ। ਉਹ ਕਹਿੰਦਾ ਬਈ ਜਿਹੜੇ ਬੇਵਕੂਫ ਹੁੰਦੇ ਨੇ ਕੋਈ ਉਹਨਾਂ ਦੇ ਸਿਰ ਤੇ ਸਿੰਘ ਨਹੀਂ ਲੱਗੇ ਹੁੰਦੇ, ਤੇਰੇ ਵਰਗੇ ਕਹਿੰਦਾ ਬੇਵਕੂਫ ਹੁੰਦੇ ਨੇ। ਕੌਰਾ ਕਹਿੰਦੀ ਫਿਰ ਵਲ ਕਿਉਂ ਪਾਉਣਾ ਹੈ। ਵਲ ਪਾਉਣਾ ਮੀਨਸ ਗੱਲ ਸਿੱਧੀ ਸਿੱਧੀ ਕਹਿੰਦੀ ਦੱਸ ਵਿੱਚ ਕਿਉਂ ਓਹਲਾ ਰੱਖ ਰਿਹਾ ਹੈ, ਸਿੱਧੀ ਗੱਲ ਕਿਉਂ ਨਹੀਂ ਕਰਦਾ। ਹੁਸ਼ਿਆਰਚੰਦ ਮੈਂ ਪੁੱਛਣਾ ਇਹ ਸਾਰਾ ਖਰਚਾ ਕਿੱਥੋਂ ਕਰਨਾ ਹੈ। ਉਹ ਕਹਿੰਦਾ ਵੀ ਘਰਾਂ ਦੇ ਕਰਜ਼ੇ ਦੇਣੇ ਨੇ, ਕੁੜੀਆਂ ਦਾ ਵਿਆਹ ਕਰਨਾ ਤੇ ਆਪਣਾ ਖਰਚਾ ਕਿੱਥੋਂ ਚੱਲੇਗਾ। ਕੌਰਾ ਕਹਿੰਦੀ ਮੈਂ ਕੀ ਜਾਣਾ ਕਿੱਥੋਂ ਚੱਲੇਗਾ। ਹੁਸ਼ਿਆਰਚੰਦ ਤਦੇ ਐਡਾ ਰੌਲਾ ਪਾਉਣ ਡਈ ਹੈ, ਠਹਿਰ। ਕਹਿੰਦਾ ਤਾਂ ਹੀ ਇੰਨਾ ਰੌਲਾ ਪਾਈ ਜਾ ਰਹੀ ਹੈ, ਡਈ ਮੀਨਸ ਪਾਈ ਜਾ ਰਹੀ ਹੈ। ਕੋਠੜੀ ਦੇ ਅੰਦਰ ਜਾਂਦਾ ਹੈ ਤੇ ਰੁਪਈਆਂ ਦੀ ਥੈਲੀ ਲਿਆ ਕੇ ਉਹਦੇ ਪੈਰਾਂ ਕੋਲ ਸੁੱਟਦਾ ਹੈ। ਸੋ ਉਹ ਹੁਸ਼ਿਆਰਚੰਦ ਕਹਿੰਦਾ ਵੀ ਤਾਂ ਹੀ ਤੈਨੂੰ ਕਿਸੇ ਗੱਲ ਦਾ ਕਿਉਂਕਿ ਪਤਾ ਨਹੀਂ ਹੈ। ਉਹ ਅੰਦਰ ਜਾਂਦਾ ਹੈ ਤੇ 1 ਰੁਪਈਆਂ ਦੀ ਥੈਲੀ। ਸੋ ਬੱਚੇ ਹੁਸ਼ਿਆਰਚੰਦ ਗਰੀਬ ਸੀ, ਉਹਦੇ ਕੋਲ ਇੰਨੇ ਪੈਸੇ ਕਿੱਥੋਂ ਆਉਣੇ ਸੀ। ਵੇਖ ਫਾਹ ਨਾ ਲੈ, ਇਹ ਲੈ। ਉਹ ਕਹਿੰਦਾ ਵੀ ਤੂੰ ਮਰਨਾ, ਫਾਹਾ ਨਾ ਲੈ, ਤੂੰ ਮਰਨ ਦੀ ਗੱਲਾਂ ਨਾ ਕਰ, ਤੂੰ ਆ ਪੈਸੇ ਦੇਖ। ਥੈਲੀ ਨੂੰ ਟਿਕ ਟਿਕੀ ਬੰਨੀ ਵੇਖਦੀ ਹੈ, ਰੁਪਈਏ। ਕੌਰਾ ਦੇਖਦੀ ਹੈ ਵੀ ਸਾਡੇ ਘਰ ਰੁਪਈਏ ਕਿੱਥੋਂ ਆ ਗਏ। ਹੁਸ਼ਿਆਰਚੰਦ ਕਹਿੰਦਾ ਹੈ ਹਾਂ ਰੁਪਈਏ। ਕੌਰਾ ਕਹਿੰਦੀ ਹੈ ਕਿੱਥੋਂ। ਹੁਣ ਕੌਰਾ ਨੂੰ ਇਸ ਗੱਲ ਦਾ ਉਹ ਵਹਿਮ ਹੈ ਕਿ ਪੈਸੇ ਸਾਡੇ ਘਰ ਕਿੱਥੋਂ ਆ ਗਏ ਨੇ, ਸਾਡੇ ਘਰ ਤਾਂ ਕੁਛ ਵੀ ਖਾਣ ਨੂੰ ਜੋਗੇ ਪੈਸੇ ਵੀ ਨਹੀਂ ਹੈਗੇ। ਹੁਸ਼ਿਆਰਚੰਦ ਕਹਿੰਦਾ ਹੈ ਜੰਡਪੁਰਿਓ। ਸੋ ਬੱਚੇ ਹੁਣ ਇੱਥੇ ਇਹ ਗੱਲ ਸਮਝ ਆ ਰਹੀ ਹੈ ਕਿ ਜਿਹੜਾ ਜੰਡਪੁਰਿਓ ਸਾਕ ਬੁੱਢੇ ਨਾਲ ਕਰਾ ਰਿਹਾ ਸੀ, ਉਸ ਬੁੱਢੇ ਨੇ ਹੁਸ਼ਿਆਰਚੰਦ ਨੂੰ ਰੁਪਈਆਂ ਦੀ ਭਰ ਕੇ ਥੈਲੀ ਦਿੱਤੀ ਸੀ। ਕੌਰਾ ਕਹਿੰਦੀ ਜੰਡਪੁਰਿਓ। ਹੁਸ਼ਿਆਰਚੰਦ ਲੈ ਫੜ ਇਹਨੂੰ ਟੋਹ ਕੇ ਵੇਖ। ਕਹਿੰਦਾ ਇਹਨੂੰ ਦੇਖ ਵਿੱਚ ਪੈਸੇ ਨੇ ਇਹਦੇ।
ਕੌਰਾਂ ਹੌਲੀ ਹੌਲੀ ਹੱਥ ਕੱਢਦੀ ਹੈ ਤੇ ਹੁਸ਼ਿਆਰਚੰਦ ਰੁਪਈਆਂ ਦੀ ਥੈਲੀ ਉਹਦੇ ਹੱਥਾਂ ਤੇ ਰੱਖ ਦਿੰਦਾ ਹੈ। ਹੈਂ ਜ਼ਮੀਨ ਤੇ ਬੈਠ ਜਾਂਦੀ ਹੈ ਤੇ ਥੈਲੀ ਖੋਲ ਕੇ ਦੋਵਾਂ ਮੁੱਠੀਆਂ ਦੀਆਂ ਭਰ ਕੱਢਦੀ ਹੈ। ਆਹਾ ਪਰ ਲੋਕੀ ਕੀ ਕਹਿਣਗੇ, ਸਾਡੇ ਅੰਗ ਸਾਕ ਕੀ ਕਹਿਣਗੇ। ਮੇਲੋ ਇਸ ਵੇਲੇ ਫਿਰ ਦਰਵਾਜ਼ੇ ਵਿੱਚ ਖੜੀ ਸੁਣਦੀ ਦਿਖਾਈ ਦਿੰਦੀ ਹੈ। ਸੋ ਬੱਚਿਓ, ਇੱਥੇ ਪਤਾ ਚੱਲ ਰਿਹਾ ਸੀਗਾ ਕਿ ਹੁਸ਼ਿਆਰਚੰਦ ਇਹ ਵਿਆਹ ਕਿਉਂ ਕਰਾ ਰਿਹਾ ਸੀ ਆਪਣੀ ਕੁੜੀ ਦਾ ਇੱਕ ਬੁੜੇ ਨਾਲ, ਕਿਉਂਕਿ ਉੱਥੋਂ ਉਹਨੂੰ ਬਹੁਤ ਸਾਰੇ ਪੈਸੇ ਮਿਲੇ ਸੀ ਤੇ ਉਹਨੂੰ ਲੱਗ ਰਿਹਾ ਸੀ ਕਿ ਮੇਰਾ ਕਰਜ਼ਾ ਵੀ ਚਲਾ ਜਾਏਗਾ ਤੇ ਕੁੜੀ ਦਾ ਵਿਆਹ ਵੀ ਹੋ ਜਾਏਗਾ। ਪਰ ਇਹ ਸਾਰਾ ਕੁਝ ਕੌਰਾਂ ਮੇਲੋ ਦੇਖ ਰਹੀ ਸੀ ਦਰਵਾਜ਼ੇ ਪਿੱਛੇ, ਪਰ ਉਹਨੂੰ ਕੋਈ ਗੱਲ ਸਮਝ ਨਹੀਂ ਆ ਰਹੀ ਵੀ ਕਿਹਦੀ ਵਿਆਹ ਦੀ ਗੱਲ ਕਰ ਰਹੇ ਨੇ। ਹੁਸ਼ਿਆਰਚੰਦ ਗੋਲੀ ਮਾਰ ਸਾਕਾਂ ਅੰਗਾਂ ਨੂੰ, ਉਹ ਕਹਿੰਦਾ ਤੂੰ ਰਿਸ਼ਤੇਦਾਰਾਂ ਨੂੰ ਗੋਲੀ ਮਾਰ, ਖਾਣ ਨੂੰ ਦੇ ਦਿੰਦੇ ਜਾਂਦੇ ਨੇ ਸਾਨੂੰ ਕੋਈ, ਕਹਿੰਦਾ ਜਦੋਂ ਅਸੀਂ ਭੁੱਖੇ ਹੁੰਦੇ ਉਹ ਕਿਹੜਾ ਸਾਨੂੰ ਖਾਣਾ ਦੇ ਕੇ ਜਾਂਦੇ ਨੇ। ਫਿਰ ਰੁਪਈਆਂ ਵੱਲ ਇਸ਼ਾਰਾ ਕਰਕੇ, ਅਸੀਂ ਕੋਈ ਐਡੀ ਅਨੋਖੀ ਗੱਲ ਕੀਤੀ ਹੈ, ਲੱਭੂ ਸ਼ਾਹ ਨੇ ਵਹੁਟੀ ਲਿਆਂਦੀ ਸੀ, ਰੁਪਈਏ ਤੋਲ ਦੇ ਕੇ ਆਇਆ ਸੀ। ਸੋ ਬੱਚੋ, ਪੁਰਾਣੇ ਜ਼ਮਾਨੇ ਵਿੱਚ ਕਈ ਵਾਰੀ ਇੱਦਾਂ ਹੁੰਦਾ ਸੀ, ਜੇ ਅਣਜੋੜ ਵਿਆਹ ਹੁੰਦਾ ਸੀ, ਬੰਦਾ ਵੱਡੀ ਉਮਰ ਦਾ ਹੁੰਦਾ ਸੀ ਤਾਂ ਉਹ ਪੈਸੇ ਦੇ ਕੇ ਕੁੜੀ ਨੂੰ ਖਰੀਦ ਕੇ ਲੈ ਕੇ ਆਉਂਦਾ ਸੀ। ਕੌਰਾ ਸਿਰ ਹਿਲਾ ਕੇ, ਹਾਂ ਇਹ ਤਾਂ ਠੀਕ ਹੈ, ਨਾਲੇ ਲੋਕਾਂ ਤਾਂ ਗੱਲਾਂ ਕਰਨੀਆਂ ਹੋਈਆਂ, ਪਰ ਤੂੰ ਤਾਂ ਕਿਹਾ ਸੀ ਭਈ ਸ਼ਾਦੀ ਅੱਜ ਰਾਤੀ ਕਰ ਦੇਣੀ ਹੈ, ਅਸੀਂ ਤਾਂ ਤਿਆਰੀ ਕੋਈ ਨਹੀਂ ਕੀਤੀ। ਸੋ ਬੱਚਿਓ, ਇੱਥੋਂ ਕੌਰਾ ਦਾ ਸਾਨੂੰ ਪਾਤਰ ਪਤਾ ਚੱਲਦਾ ਹੈ, ਪਾਤਰ ਉਹਦਾ ਕਿਹੋ ਜਿਹਾ ਪਾਤਰ ਹੈ ਕੌਰਾ, ਕਿ ਹੁਣ ਤੱਕ ਤਾਂ ਉਹ ਮਨਾ ਕਰ ਰਹੀ ਸੀ, ਪਰ ਹੁਣ ਆਪਣੀ ਗਰੀਬੀ ਦੇ, ਆਪਣੇ ਕਰਜ਼ੇ ਦੇ ਅੱਗੇ ਉਹਨੂੰ ਪੈਸਿਆਂ ਦੀ ਮੁੱਲ ਜ਼ਿਆਦਾ ਪੈਣ ਲੱਗ ਗਿਆ ਤੇ ਉਹ ਹੁਣ ਅੱਗੋਂ ਕੁੜੀ ਦੇ ਵਿਆਹ ਦੀਆਂ ਗੱਲਾਂ ਕਰਨ ਲੱਗ ਪਈ। ਕੌਰਾ ਸਿਰ ਹਿਲਾ ਕੇ, ਹਾਂ ਇਹ ਤਾਂ ਠੀਕ ਹੈ, ਤੇ ਨਾਲੇ ਲੋਕਾਂ ਤਾਂ ਗੱਲਾਂ ਕਰਨੀਆਂ ਹੋਈਆਂ, ਪਰ ਤੂੰ ਤਾਂ ਕਿਹਾ ਸੀ ਭਈ ਸ਼ਾਦੀ ਅੱਜ ਰਾਤੀ ਕਰ ਦੇਣੀ ਹੈ ਤੇ ਅਸੀਂ ਤਾਂ ਤਿਆਰੀ ਕੋਈ ਨਹੀਂ ਕੀਤੀ। ਹੁਸ਼ਿਆਰਚੰਦ ਕਹਿੰਦਾ, ਤਸੱਲੀ ਰੱਖ, ਮੈਂ ਰਾਜੇ ਦੇ ਰਾਹੀਂ, ਰਾਜਾ ਉਹੀ ਹੋ ਗਿਆ ਜਿਹੜਾ ਉਹਨਾਂ ਦਾ ਪਿੰਡ ਵਿੱਚ ਕੰਮ ਕਰਦਾ ਸੀ, ਸਭ ਤਿਆਰੀਆਂ ਕੀਤੀਆਂ ਹੋਈਆਂ ਨੇ, ਦੂਜੇ ਘਰ ਬਸ ਹੁਣ ਫੇਰਿਆਂ ਦੀ ਢੇਰ ਹੈ। ਢੇਰ ਆ ਮਤਲਬ ਫੇਰਿਆਂ ਦੀ ਸਿਰਫ ਕਸਰ ਰਹਿ ਗਈ ਹੈ। ਪਾਂਧਾ ਦੱਸਦਾ ਸੀ ਭਈ ਅੱਜ ਰਾਤ ਹੀ ਸ਼ੁਭ ਲਗਨ ਹੈ, ਕੱਲ ਤੋਂ ਸਿੰਗਤ ਪੈ ਜਾਣੀ ਹੈ, ਯਾਨੀ ਕਿ ਕੱਲ ਤੋਂ ਤਾਂ ਤਾਰਾ ਡੁੱਬ ਜਾਣਾ ਹੈ ਤੇ ਅੱਜ ਹੀ ਵਿਆਹ ਰਾਤ ਨੂੰ ਕਰ ਦੇਣਾ ਹੈ। ਰੁਪਈਆਂ ਵੱਲ ਇਸ਼ਾਰਾ ਕਰਕੇ, ਇਹਨਾਂ ਨੂੰ ਸਾਂਭ ਕੇ ਰੱਖ, ਮੈਂ ਜਰਾ ਜੰਜ ਵੱਲ ਹੋ ਆਵਾਂ, ਘਰ ਛੱਡ ਕੇ ਨਾ ਜਾਈਂ। ਉਹ ਕਹਿੰਦਾ ਵੀ ਮੈਂ ਜਰਾ ਬਰਾਤ ਘਰ, ਜਿੱਥੇ ਬੱਚਿਓ ਬਰਾਤ ਪੁਰਾਣੇ ਜ਼ਮਾਨੇ ਵਿੱਚ ਸੱਥਾਂ ਵਿੱਚ ਆਉਂਦੀ ਹੁੰਦੀ ਸੀ, ਜਿਹੜਾ ਬਰਾਤ ਘਰ ਬਣਿਆ ਹੋਇਆ ਸੀ, ਉਹ ਕਹਿੰਦਾ ਮੈਂ ਜਰਾ ਉੱਥੇ ਹੋ ਆਵਾਂ, ਤੂੰ ਕਹਿੰਦਾ ਘਰ ਵਿੱਚ ਧਿਆਨ ਰੱਖੀ ਪੈਸਿਆਂ ਦਾ। ਹੁਸ਼ਿਆਰਚੰਦ ਚਲਾ ਜਾਂਦਾ ਹੈ। ਕੌਰਾਂ ਹੱਥਾਂ ਰੁਪਈਆਂ ਵਾਲੀ ਥੈਲੀ ਵਿੱਚ ਪਾਈ, ਚੰਗਾ ਹੋਇਆ, ਸ਼ੁਕਰ ਹੈ ਰੱਬ ਦਾ, ਕੁੜੀ ਸਾਡੇ ਘਰੋਂ ਨਿਕਲੂ ਤੇ ਸਾਡੀ ਚਿੰਤਾ ਮੁੱਕੂ। ਰੱਬ ਕੁੜੀਆਂ ਕਿਸੇ ਨੂੰ ਨਾ ਦਏ, ਧੀਆਂ ਬਗਾਨਾ ਮਾਲ, ਇਹਨਾਂ ਦੇ ਬੜੇ ਫਿਕਰ ਹੁੰਦੇ ਨੇ, ਇੱਜ਼ਤ ਨਾਲ ਆਪਣੇ ਘਰ ਜਾਣ ਤਾਂ ਲੱਖਾਂ ਵੱਟੀਦਾ ਹੈ। ਹੁਣ ਮੈਂ ਰਾਣੀ ਨੂੰ ਮਿਲਾਵਾਂ, ਪਲਾਂ ਵਿੱਚ 100 ਕੰਮ ਪੈ ਜਾਣੇ ਨੇ। ਲਾਜੋ ਨੂੰ, ਤੂੰ ਮੇਰੇ ਨਾਲ ਚੱਲੇਂਗੀ ਜਾਂ ਇੱਥੇ ਬੈਠਣਾ ਹੈ? ਸੋ ਆਪਣੀ ਕੁੜੀ ਨੂੰ, ਛੋਟੀ ਨੂੰ ਕਹਿੰਦੀ ਹੈ ਤੂੰ ਮੇਰੇ ਨਾਲ ਜਾਣਾ ਹੈ। ਲਾਜੋ ਕਹਿੰਦੀ ਮੈਂ ਤਾਂ ਨਾਲ ਹੀ ਚੱਲਾਂਗੀ। ਕੌਰਾਂ ਤੇ ਲਾਜੋ ਚਲੀਆਂ ਜਾਂਦੀਆਂ ਹਨ। ਉਸ ਵੇਲੇ ਮੇਲੋ ਅੱਖ ਬਚਾ ਕੇ ਅੰਦਰ ਆਉਂਦੀ ਹੈ। ਸੋ ਮੇਲੋ ਨੇ ਸਭ ਕੁਝ ਸੁਣਿਆ ਤਾਂ ਸੀ, ਪਰ ਪਿੰਡਾਂ ਦੇ ਲੋਕ ਬਹੁਤ ਭੋਲੇ ਭਾਲੇ ਸੀ, ਉਸ ਨੂੰ ਨਹੀਂ ਪਤਾ ਸੀ ਕਿ ਉਸਦੇ ਵਿਆਹ ਦੀ ਗੱਲ ਚੱਲ ਰਹੀ ਹੈ। ਹੁਣ ਘਰ ਵਿੱਚ ਇਕੱਲੀ ਮੇਲੋ ਹੀ ਹੈ। ਮੇਲੋ ਸਮਝ ਨਹੀਂ ਕੁਝ ਆਉਂਦਾ, ਅੱਜ ਰਾਤੀ ਸ਼ਾਦੀ, ਕਿਹਦੀ ਸ਼ਾਦੀ? ਜੰਝ ਢੁਕਣ ਵਾਲੀ ਹੈ, ਢੁਕਣ ਵਾਲੀ ਮਤਲਬ ਬੱਚਿਓ ਆਉਣ ਵਾਲੀ ਹੈ। ਕਿਹਦੀਆਂ ਗੱਲਾਂ ਕਰਦੇ ਸੀ? ਆਪਣੀਆਂ? ਨਹੀਂ। ਉਹ ਕਹਿੰਦੀ ਸਾਡੇ ਘਰ ਵਿੱਚ ਕਿਸੇ ਦਾ ਵਿਆਹ ਹੈ? ਕਹਿੰਦੀ ਨਹੀਂ। ਰੁਪਈਏ ਕਿੱਥੋਂ? ਭਾਈ ਐਡਾ ਗੁੱਸਾ ਕਿਉਂ ਹੁੰਦਾ ਸੀ? ਅੱਛਾ ਬੇਬੇ ਨੂੰ ਆ ਲੈਣ ਦਿਓ, ਆਪੇ ਸਾਰਾ ਪਤਾ ਲੱਗ ਜੂ, ਬੜੀ ਹੈਰਾਨੀ ਵਾਲੀ ਗੱਲ ਹੈ। ਅੱਛਾ, ਉਹ ਕਹਿੰਦੀ ਚਲੋ ਕੋਈ ਨਹੀਂ, ਮੇਰੇ ਮਾਤਾ ਪਿਤਾ ਹੁਣ ਆਉਣਗੇ, ਮੈਂ ਪੁੱਛ ਲਾਂਗੀ ਕਿਹਦੇ ਵਿਆਹ ਦੀ ਗੱਲ ਕਰਦੇ ਨੇ। ਬਾਹਰੋਂ ਬੱਚੋਂ ਇੱਕ ਆਵਾਜ਼ ਆਉਂਦੀ ਹੈ, ਨੀ ਮੇਲੋ। ਮੇਲੋ ਆਵਾਜ਼ ਪਛਾਣ ਕੇ, ਬਸੰਤੋਂ ਹੈ? ਨੀ ਬਾਹਰੋਂ ਕਿਉਂ ਟਾਰਾ ਮਾਰਨੀ ਹੈ, ਅੰਦਰ ਕਿਉਂ ਨਹੀਂ ਆਉਂਦੀ? ਉਹ ਕਹਿੰਦੇ ਤੂੰ ਬਾਹਰੋਂ ਹੀ ਕਿਉਂ ਆਵਾਜ਼ਾਂ ਮਾਰੀ ਜਾਂਦੀ ਹੈ, ਤੂੰ ਤਾਂ ਮੇਰੀ ਖਾਸ ਦੋਸਤ ਹੈ। ਸੋ ਮੇਲੋ ਤੇ ਬਸੰਤੋ ਦੋਨੋਂ ਸਾਰੀਆਂ ਗੱਲਾਂ, ਦੋਨੋਂ ਆਪਸ ਬਹੁਤ ਚੰਗੀਆਂ ਸਹੇਲੀਆਂ ਨੇਗੀਆਂ, ਆਪਸ ਸਾਰੀਆਂ ਗੱਲਾਂ ਇੱਕ ਦੂਜੇ ਨੂੰ ਆਪਣੇ ਦੁੱਖ ਸੁੱਖ ਦੱਸਦੀਆਂ ਰਹਿੰਦੀਆਂ ਹਨ। ਬਸੰਤੋ ਆਉਂਦੀ ਹੈ। ਬਸੰਤੋ ਮਸ਼ਕਰੀ ਨਾਲ, ਨੀ ਕੁੜੇ ਵਧਾਈਆਂ। ਸੋ ਉਹਨੂੰ ਮਜ਼ਾਕ ਕਰਕੇ ਕਹਿੰਦੀ ਹੈ, ਨੀ ਕੁੜੇ ਕਾਂਗਰੈਟਸ, ਵਧਾਈਆਂ। ਮੇਲੋ, ਕਿਉਂ ਨਹੀਂ ਹਰ ਵੇਲੇ ਛੇੜਦੀ ਰਿਹਾ ਕਰ। ਕਹਿੰਦੀ ਤੈਨੂੰ ਮੈਂ ਹੀ ਮਿਲਿਆ ਛੇੜਨ ਵਾਸਤੇ, ਮੈਨੂੰ ਕਾਹਦੀਆਂ ਤੂੰ ਵਧਾਈਆਂ ਦੇ ਰਹੀ ਹੈ? ਬਸੰਤੋ ਕਹਿੰਦੀ, ਅੱਛਾ ਤੂੰ ਸਮਝਣੀ ਹੈ ਭਈ ਤੈਨੂੰ ਮੈਂ ਛੇੜਨੀ ਆ, ਜਿੱਦਾਂ ਮੈਨੂੰ ਪਤਾ ਨਹੀਂ ਭਈ ਤੇਰਾ ਵਿਆਹ ਹੋਣ ਵਾਲਾ ਹੈ। ਕੁੜੀ ਸਹੁਰੇ ਜਾ ਕੇ ਤਾਂ ਉੱਕਾ ਹੀ ਵਸਾਰ ਦੇਗੀ। ਵਸਾਰ ਦੇਣਾ ਬੱਚਿਓ, ਭੁੱਲ ਜਾਣਾ। ਉਹ ਕਹਿੰਦੀ ਅੱਛਾ, ਜਿਵੇਂ ਤੈਨੂੰ ਪਤਾ ਹੀ ਨਹੀਂ ਕਿ ਤੇਰਾ ਵਿਆਹ ਹੋਣ ਵਾਲਾ ਹੈ, ਤੂੰ ਤਾਂ ਮੈਨੂੰ ਹੁਣੇ ਨਹੀਂ ਪਛਾਣਦੀ, ਜਦ ਤੇਰਾ ਵਿਆਹ ਹੋ ਗਿਆ ਫਿਰ ਤਾਂ ਤੂੰ ਮੈਨੂੰ ਵੈਸੇ ਹੀ ਭੁੱਲ ਜਾਏਂਗੀ। ਮੇਲੋ ਕਹਿੰਦੀ, ਵਿਆਹ ਕਿਸ ਦਾ ਭਾਵੇਂ ਹੋਣਾ ਹੋਵੇ ਭਾਵੇਂ ਨਾ, ਤੂੰ ਛੇੜਨਾ ਜੋ ਹੋਇਆ। ਕਹਿੰਦੀ ਵਿਆਹ ਹੋਵੇ ਚਾਹੇ ਨਾ ਹੋਵੇ, ਤੂੰ ਕਹਿੰਦੀ ਹਰ ਗੱਲ ਮੇਰੇ ਤੇ ਆ ਕੇ ਖਤਮ ਕਰ ਦਿੰਦੀ ਆ। ਬਸੰਤੋ ਕਹਿੰਦੀ, ਭਲਾ ਇਹੋ ਜਿਹੀਆਂ ਗੱਲਾਂ ਵੀ ਕਦੇ ਲੁਕਦੀਆਂ ਰਹਿੰਦੀਆਂ ਨੇ, ਤੂੰ ਮੈਨੂੰ ਦੱਸ ਨਾ ਦੱਸ, ਮੈਨੂੰ ਅੱਗੇ ਹੀ ਪਤਾ ਹੈ।
ਉਹ ਸੋਚ ਰਹੀ ਹੈ, ਬਸੰਤੋ ਸੋਚ ਰਹੀ ਹੈ ਕਿ ਮੇਲੋ ਸ਼ਾਇਦ ਮੈਨੂੰ ਦੱਸਣਾ ਨਹੀਂ ਚਾਹੁੰਦੀ। ਉਹ ਕਹਿੰਦੀ ਮੈਨੂੰ ਸਾਰੀ ਗੱਲ ਦਾ ਪਤਾ ਹੈ ਵੀ ਤੇਰਾ ਵਿਆਹ ਹੋਣ ਵਾਲਾ ਹੈ, ਪਰ ਜਦ ਕਿ ਮੇਲੋ ਨੂੰ ਇਸ ਗੱਲ ਦਾ ਕੁਝ ਵੀ ਨਹੀਂ ਪਤਾ ਹੈ। ਮੇਲੋ, ਹੈਂ ਤੂੰ ਕੀ ਪਈ ਗੱਲਾਂ ਕਰਨੀ ਹੈ? ਬਸੰਤੋ, ਜੀਕੂ ਤੈਨੂੰ ਪਤਾ ਹੀ ਨਹੀਂ ਹੁੰਦਾ। ਕਹਿੰਦੀ ਜਿਵੇਂ ਤੈਨੂੰ ਪਤਾ ਹੀ ਨਹੀਂ ਹੁੰਦਾ। ਹੇਖਾਂ ਭੁੱਲੀ ਨੈਣ ਹੁਣੇ ਹੀ ਤੁਹਾਡੇ ਘਰੋਂ ਆਈ ਸੀ, ਮੈਂ ਉਹਦੇ ਮੂੰਹੋਂ ਸਭ ਕੁਝ ਸੁਣ ਲਿਆ ਹੈ। ਕਹਿੰਦੀ ਹੈ ਤੇਰੇ ਸਹੁਰੇ ਉਹਦੇ ਪੇਕਿਆਂ ਦੇ ਲਾਗੇ ਹੀ ਨੇ। ਸੋ ਬੱਚਿਓ, ਇੱਥੇ ਨੈਣ ਦਾ ਵੀ ਪਾਤਰ ਦੱਸਿਆ ਗਿਆ ਕਿੱਦਾਂ ਦੀ ਸੀ। ਉਹਦੀ ਮਾਂ ਨੇ ਹਾਲਾਂਕਿ ਕਿਹਾ ਸੀ ਕੌਰਾਂ ਨੇ ਕਿ ਬਾਹਰ ਜਾ ਕੇ ਗੱਲ ਨਾ ਕਰੀ, ਪਰ ਉਹਨੇ ਸਾਰੀ ਗੱਲ ਬਸੰਤੋ ਨੂੰ ਦੱਸ ਦਿੱਤੀ ਸੀ। ਮੇਲੋ, ਮੈਨੂੰ ਭੁਚਾਲਣ ਲਈ ਸਾਰੀਆਂ ਗੱਲਾਂ ਤੂੰ ਆਪਣੇ ਮਨੋਂ ਪਈ ਬਣਾਉਣੀ ਹੈ। ਉਹ ਕਹਿੰਦੀ ਤੂੰ ਮੈਨੂੰ ਤੰਗ ਕਰਨ ਲਈ, ਮੈਨੂੰ ਵਹਿਮਾਂ 'ਚ ਭਰਮਾਂ 'ਚ ਪਾਉਣ ਲਈ ਕਹਿੰਦੀ ਤੂੰ ਸਾਰੀਆਂ ਗੱਲਾਂ ਆਪਣੇ ਮਨੋਂ ਬਣਾ ਰਹੀ ਹੈ। ਬਸੰਤੋ, ਨਹੀਂ ਸੱਚ ਕਹਿਣੀ ਆ, ਸਹੁਰੇ ਤੇਰੇ ਬੜੇ ਅਮੀਰ ਨੇ, ਤੂੰ ਬੜੀ ਭਾਗਾਂ ਵਾਲੀ ਹੈ। ਤੇਰੀ ਸੱਸ ਵੀ ਨਹੀਂ, ਸਗੋਂ ਚੰਗਾ ਲੜਿਆ ਨਹੀਂ ਕਰੂ। ਉਹ ਕਹਿੰਦੀ ਤੇਰੇ ਜਿਹੜੇ ਸਹੁਰੇ ਘਰ ਪਰਿਵਾਰ ਹੈ ਉਹ ਬਹੁਤ ਅਮੀਰ ਨੇ, ਔਰ ਤੇਰੀ ਸੱਸ ਵੀ ਨਹੀਂ ਹੈਗੀ, ਸਗੋਂ ਵਧੀਆ ਤੇਰੀ ਲੜਾਈ ਨਹੀਂ ਹੋਇਆ ਕਰੂ। ਮੇਲੋ, ਤੂੰ ਛੇੜਨਾ ਜੋ ਹੋਇਆ, ਜਦੋਂ ਵੇਖੋ ਉਦੋਂ ਹੀ ਠੱਠਾ ਮਸ਼ਕਰੀ ਹੁੰਦਾ ਬੱਚਿਓ ਮਜ਼ਾਕ। ਉਹ ਕਹਿੰਦੀ ਜਦ ਵੀ ਤੂੰ ਮਿਲਦੀ ਐ ਮੈਨੂੰ ਮਜ਼ਾਕ ਹੀ ਕਰਦੀ ਐ। ਆਹੋ ਜੀ, ਵਿਆਹੀ ਹੋਈ ਜੋ ਹੋਈ, ਦੂਜਿਆਂ ਨੂੰ ਛੇੜਨਾ ਤਾਂ ਹੋਇਆ ਫਿਰ ਆਪੇ। ਆਹੋ ਕਹਿੰਦੀ ਮੈਂ ਤਾਂ ਤੈਨੂੰ ਹਮੇਸ਼ਾ ਹੀ ਛੇੜਦੀ ਰਹਿੰਦੀ ਆ। ਬਸੰਤੋ, ਘਾਬਰ ਨਾ ਨੀ, ਤੂੰ ਵੀ ਹੁਣੇ ਛੇਤੀ ਹੀ ਵਿਆਹੀ ਜਾਏਂਗੀ। ਸੋ ਬਸੰਤੋ ਕਹਿੰਦੀ ਠੀਕ ਹੈ, ਮੇਰਾ ਤਾਂ ਵਿਆਹ ਹੋ ਗਿਆ, ਪਰ ਹੁਣ ਤੂੰ ਫਿਕਰ ਨਾ ਕਰ, ਤੇਰਾ ਵਿਆਹ ਵੀ ਛੇਤੀ ਹੋ ਜਾਏਗਾ। ਤੇਰਾ ਘਰ ਵਾਲਾ ਸੁੱਖ ਨਾਲ ਬਾਬਿਆਂ ਵਰਗਾ ਹੈ। ਸੋ ਕਹਿੰਦੀ ਤੇਰਾ ਜਿਹੜਾ ਘਰ ਵਾਲਾ ਹੈ ਉਹ ਸੁੱਖ ਨਾਲ ਬਹੁਤ ਵੱਡੀ ਉਮਰ ਦਾ ਹੈ, ਤੇਰੇ ਭਾਈਏ ਕੋਲੋਂ ਵੀ 10 ਵਰੇ ਵੱਡਾ ਦੱਸਦੇ ਨੇ। ਕਹਿੰਦੀ ਤੇਰੇ ਬਾਪ ਨਾਲੋਂ ਵੀ ਉਹਦੀ 10 ਸਾਲ ਵੱਡੀ ਉਮਰ ਹੈ। ਮੇਲੋ ਕਹਿੰਦੀ ਚੁੱਪ ਨੀ, ਬਹੁਤਾ ਨਾ ਬੋਲ, ਰੱਬ ਕਰੇ ਤੈਨੂੰ ਇਹੋ ਜਿਹਾ ਜਵਾਈ ਜੁੜੇ। ਕਹਿੰਦੀ ਤੂੰ ਆਪਣੀ ਧੀ ਦਾ ਕਹਿੰਦੀ ਇਹੋ ਜਿਹੇ ਬਾਬੇ ਨਾਲ ਵਿਆਹ ਕਰੇ। ਕਹਿੰਦੀ ਮੇਰੇ ਵਾਸਤੇ ਕੋਈ ਇਹੋ ਜਿਹਾ ਬੁੜਾ ਬੜਾ ਨਾਲ ਮੈਂ ਵਿਆਹ ਨਹੀਂ ਕਰਨਾ। ਬਸੰਤੋ, ਪਰ ਮੈਂ ਤਾਂ ਮੇਲੋ ਸੱਚ ਕਹਿ ਰਹੀ ਹਾਂ, ਮਖੌਲ ਨਹੀਂ ਕਰਦੀ। ਪੁੱਤਾਂ ਪੋਤਰਿਆਂ ਵਾਲਾ ਹੈ ਤੇਰਾ ਵਾਲਾ ਹੈ। ਤੇ ਨਾਲੇ ਨੈਣ ਪਈ ਕਹਿੰਦੀ ਸੀ ਭਈ ਅਜੇ ਪਿਛਲੇ ਵਰੇ ਉਸਦੀ ਤੇਰੇ ਜਿੱਡੀ ਧੀ ਵਿਆਹੀ ਹੋਈ ਹੈ। ਸੋ ਬੱਚਿਓ, ਨੈਣ ਨੇ ਸਾਰੀ ਗੱਲ ਦੱਸਤੀ। ਅੱਗੇ ਬਸੰਤੋ ਵੀ ਮੇਲੋ ਨੂੰ ਸਾਰੀ ਗੱਲ ਦੱਸ ਰਹੀ ਹੈ ਕਿ ਜਿਹੜਾ ਤੇਰੇ ਵਾਸਤੇ ਬਜ਼ੁਰਗ ਲੱਭਿਆ ਹੈ, ਬੁੱਢਾ ਬੰਦਾ ਲੱਭਿਆ ਹੈ, ਪਿਛਲੇ ਵਰੇ ਹੀ ਉਹਦੀ ਧੀ ਦਾ ਵਿਆਹ ਹੋਇਆ ਹੈ। ਮੇਲੋ, ਬਸ ਬਹੁਤਾ ਠੱਠਾ ਨਾ ਕਰ। ਉਹ ਕਹਿੰਦੀ ਬਸ ਹੁਣ ਬਹੁਤ ਹੋ ਗਿਆ, ਹੁਣ ਤੂੰ ਛੱਡ ਦੇ, ਤੂੰ ਕਹਿ ਦੇ ਵੀ ਇਹ ਮਜ਼ਾਕ ਹੈ, ਸਭ ਝੂਠ ਹੈ। ਠੱਠਾ ਨਹੀਂ ਅੜੀਏ, ਮੈਂ ਸੱਚ ਕਹਿਨੀ ਆ ਭਈ। ਉਹ ਕਹਿੰਦੀ ਇਹ ਮਜ਼ਾਕ ਨਹੀਂ ਹੈ, ਮੈਂ ਸੱਚੀ ਕਹਿ ਰਹੀ ਹਾਂ। ਮੇਲੋ, ਮੈਨੂੰ ਤੇਰਾ ਯਕੀਨ ਨਹੀਂ। ਬਸੰਤੋ ਗੰਭੀਰ ਹੋ ਕੇ, ਦੇਵੀ ਦੀ ਸਹੁੰ ਮੈਂ ਮਖੌਲ ਨਹੀਂ ਕਰਦੀ, ਮੈਂ ਝੂਠ ਆਖ ਕੇ ਕੀ ਲੈਣਾ ਹੈ। ਮੈਨੂੰ ਸਗੋਂ ਸੁਣ ਕੇ ਬੜਾ ਅਫਸੋਸ ਲੱਗਿਆ। ਉਹ ਕਹਿੰਦੀ ਮੈਂ ਤੈਨੂੰ ਬਿਲਕੁਲ ਸੱਚੀ ਗੱਲ ਦੱਸ ਰਹੀ ਹਾਂ, ਜਦੋਂ ਮੈਨੂੰ ਪਤਾ ਲੱਗਿਆ ਸੀ ਤਾਂ ਮੈਨੂੰ ਵੀ ਬੜਾ ਦੁੱਖ ਹੋਇਆ ਸੀ। ਮੇਲੋ, ਹੈਂ ਵੱਡਾ ਸਾਰਾ ਹੌਂਕਾ ਲੈ ਕੇ ਜ਼ਮੀਨ ਉੱਤੇ ਬੈਠ ਜਾਂਦੀ ਹੈ ਤੇ ਚੁੰਨੀ ਦੇ ਪੱਲੂ ਨਾਲ ਮੂੰਹ ਢੱਕ ਕੇ, ਹਾਏ ਹੁਣ ਸਾਰੀ ਸਮਝ ਆ ਗਈ ਹੈ, ਸਿਰ ਨੂੰ ਫੜ ਕੇ ਦੁੱਖ ਨਾਲ ਅੱਗੇ ਪਿੱਛੇ ਝੂਲਦੀ ਹੈ ਤੇ ਉੱਭੇ ਸਾਹ ਲੈ ਕੇ, ਔਖੇ ਸਾਹ ਲੈ ਕੇ ਆਪਣੇ ਸਿਰ ਨੂੰ ਫੜ ਕੇ ਬੇਟਾ ਅੱਗੇ ਪਿੱਛੇ ਨੂੰ ਹਿਲਦੀ ਹੈ ਕਿ ਮੈਨੂੰ ਹੁਣ ਗੱਲ ਸਮਝ ਆ ਗਈ ਕਿ ਮੇਰੇ ਮਾਂ-ਬਾਪ ਕਿਹਦੇ ਵਿਆਹ ਦੀ ਗੱਲ ਕਰ ਰਹੇ ਸੀ। ਮੇਰੀ ਕਿਸਮਤ ਸੜ ਗਈ, ਮੇਰੇ ਨਸੀਬ ਫੁੱਟ ਗਏ, ਮੈਂ ਕੀ ਕਰਾਂ। ਹੁਣ ਉਹ ਆਪਣੀ ਕਿਸਮਤ ਨੂੰ ਦੋਸ਼ ਦੇ ਰਹੀ ਹੈ। ਬਸੰਤੋ ਹਮਦਰਦੀ ਨਾਲ ਮੇਲੋ ਨੂੰ ਬਾਂਹ ਪਾ ਕੇ, ਨਾ ਮੇਰੀ ਭੈਣ, ਐਦਾਂ ਨਹੀਂ ਰੋਈਦਾ, ਚੁੱਪ ਕਰ ਜਾ। ਮੇਲੋ ਰੋਂਦੀ ਮੈਨੂੰ ਛੱਡ ਦੇ, ਮੈਨੂੰ ਇਕੱਲੀ ਨੂੰ ਰਹਿਣ ਦੇ। ਹਾਏ ਮੈਂ ਨਿੱਜ ਜੰਮਦੀ, ਮੈਂ ਕੀ ਕਰਾਂ। ਉਹ ਕਹਿੰਦੀ ਇਸ ਤੋਂ ਤਾਂ ਮੈਂ ਨਾ ਹੀ ਜੰਮਦੀ, ਮਾਪੇ ਹੀ ਮੇਰੇ ਵੈਰੀ ਹੋ ਗਏ। ਕਹਿੰਦੀ ਮੇਰੇ ਦੁਸ਼ਮਣ ਤਾਂ ਮੇਰੇ ਮਾਂ-ਬਾਪ ਹੀ ਹੋ ਗਏ, ਮੈਂ ਮਰ ਜਾਵਾਂਗੀ, ਮੈਂ ਜਿਉਂ ਕੇ ਕੀ ਬਣਾਉਣਾ ਹੈ। ਉਹ ਕਹਿੰਦੀ ਹੁਣ ਮੇਰਾ ਜਿੰਦੇ ਰਹਿਣ ਦਾ ਕੋਈ ਉਹ ਨਹੀਂ ਬਣਦਾ। ਕਹਿੰਦੀ ਮੈਂ ਤਾਂ ਮਾਰੀ ਜਾਵਾਂਗੀ, ਮੈਂ ਪਰ ਕਿਸੇ ਬੁੱਢੇ ਨਾਲ ਵਿਆਹ ਨਹੀਂ ਕਰਾਉਣਾ। ਬਸੰਤੋ, ਕਿਉਂ ਮਰਨ ਤੇਰੇ ਵੈਰੀ, ਸੁੱਖੀ ਸੰਦੀ ਤੂੰ ਕਿਉਂ ਮਰੇ। ਉਹ ਕਹਿੰਦੀ ਤੂੰ ਕਿਉਂ ਮਰੇਂਗੀ, ਤੇਰੇ ਕਹਿੰਦੀ ਦੁਸ਼ਮਣ ਮਰਨ। ਮੇਲੋ, ਮੈਂ ਫੀਮ ਖਾ ਲਵਾਂਗੀ। ਨਸ਼ਾ ਹੁੰਦਾ ਬੱਚਿਓ ਫੀਮ। ਉਹ ਕਹਿੰਦੀ ਮੈਂ ਫੀਮ ਖਾ ਲਵਾਂਗੀ, ਫਾਹਾ ਲੈ ਲਵਾਂਗੀ, ਖੂਹ ਵਿੱਚ ਛਾਲ ਮਾਰ ਦੇਵਾਂਗੀ, ਉਮਰ ਦੇ ਦੁੱਖਾਂ ਨਾਲੋਂ ਘੜੀ ਦਾ ਦੁੱਖ ਚੰਗਾ, ਤੂੰ ਜਾ ਮੈਨੂੰ ਇਕੱਲੀ ਰਹਿਣ ਦੇ। ਕਹਿੰਦੀ ਇਸ ਤੋਂ ਕਿ ਪਹਿਲਾਂ ਮੇਰੇ ਘਰ ਦੇ ਬੁੱਢੇ ਨਾਲ ਮੇਰਾ ਵਿਆਹ ਕਰ ਦੇਣ ਤੇ ਮੈਂ ਸਾਰੀ ਉਮਰ ਦੇ ਦੁੱਖ ਸਹਾਂ, ਮੈਂ ਕਹਿੰਦੀ ਇੱਕੋ ਮਿੰਟ ਵਿੱਚ ਆਪਣਾ ਸੁਸਾਈਡ ਕਰਕੇ, ਆਤਮ ਹੱਤਿਆ ਕਰਕੇ ਇਹ ਦੁੱਖ ਨੂੰ ਖਤਮ ਕਰ ਦਾਂਗੀ। ਬਸੰਤੋ, ਧੀਰਜ ਕਰ ਮੇਲੋ, ਹੌਸਲਾ ਰੱਖ, ਤੈਨੂੰ ਮੈਂ ਦੱਸਾਂ। ਮੇਲੋ, ਤੂੰ ਕੀ ਦੱਸਣਾ ਹੈ ਭੈਣੇ, ਜੋ ਲੇਖੀ ਲਿਖਿਆ ਹੈ ਹੋ ਕੇ ਰਹਿਣਾ, ਘੜਿਓਂ ਘੜੀ ਨੂੰ ਮੇਰੀ ਨਸੀਬ ਸੜ ਜਾਣੇ ਨੇ। ਉਹ ਕਹਿੰਦੀ ਘੜੀਓਂ ਘੜੀ, ਉਹ ਕਹਿੰਦੀ ਥੋੜੀ ਕੁ ਦੇਰ ਬਾਅਦ, ਘੜਿਓਂ ਘੜੀ ਮਤਲਬ ਥੋੜੇ ਕੁ ਘੰਟੇ ਬਾਅਦ ਹੀ ਮੇਰੇ ਨਸੀਬ ਖਤਮ ਹੋ ਜਾਣਗੇ, ਮੇਰੀ ਕਿਸਮਤ ਸ਼ਾਇਦ ਇਹੀ ਲਿਖਿਆ ਹੋਇਆ। ਬਸੰਤੋ, ਸੁਣ ਮੇਰੀ ਗੱਲ ਮੇਲੋ, ਉੱਠ ਤੂੰ ਨੱਸ ਜਾ ਆਪਣੀ ਮਾਸੀ ਦੇ ਪਿੰਡ। ਸੋ ਬਸੰਤੋ ਉਹਨੂੰ
ਸਲਾਹ ਦਿੰਦੀ ਹੈ ਕਿ ਤੂੰ ਇੱਥੋਂ ਭੱਜ ਜਾ ਆਪਣੇ ਘਰ ਵਿੱਚੋਂ, ਆਪਣੀ ਮਾਸੀ ਦੇ ਪਿੰਡ ਚਲੀ ਜਾ, ਚੁੰਨੀ ਮੂੰਹ ਤੇ ਕਰ ਲੈ, ਕੋਈ ਨਹੀਂ ਜਾਣੇਗਾ, ਇਸ ਵੇਲੇ ਚਲੀ ਜਾ, ਪਿੱਛੋਂ ਸਭ ਵੇਖੀ ਜਾਏਗੀ, ਚਲੀ ਜਾ, ਨੱਸ ਜਾ, ਛੇਤੀ ਜਾ। ਸੋ ਬਸੰਤੋ ਉਸ ਨੂੰ ਕਹਿੰਦੀ ਹੈ ਕਿ ਤੂੰ ਇੱਥੋਂ ਘਰੋਂ ਭੱਜ ਜਾ। ਮੇਲੋ, ਨਹੀਂ ਨਹੀਂ ਇਹ ਨਹੀਂ ਹੋ ਸਕਦਾ, ਮੈਨੂੰ ਮਰਨ ਦੇ, ਤਦੇ ਮੇਰੀ ਖਲਾਸੀ ਹੋਊ। ਉਹ ਕਹਿੰਦੀ ਨਹੀਂ ਨਹੀਂ ਮੈਨੂੰ ਤੂੰ ਮਰ ਜਾਣ ਦੇ, ਖਲਾਸੀ ਬੱਚਿਓ ਮੁਕਤੀ, ਕਹਿੰਦੀ ਮੇਰੀ ਮੁਕਤੀ ਮਰ ਕੇ ਹੀ ਹੋਏਗੀ। ਬਸੰਤੋ ਮੇਲੋ ਦੀ ਬਾਂਹ ਫੜ ਕੇ, ਮੇਲੋ ਉੱਠ, ਉਹਨੂੰ ਜ਼ੋਰ ਨਾਲ ਉਠਾਲਦੀ ਹੈ। ਸੋ ਬਸੰਤੋ ਦੀ ਬਾਂਹ ਕਿਉਂ ਫੜ ਰਹੀ ਹੈ? ਕਿਉਂਕਿ ਉਹ ਉਸ ਨੂੰ ਕਹਿ ਰਹੀ ਹੈ ਕਿ ਤੂੰ ਇੱਥੋਂ ਘਰੋਂ ਭੱਜ ਜਾ। ਮੇਲੋ, ਛੱਡ ਦੇ ਮੈਨੂੰ ਮਰਨ ਦੇ। ਇੱਕ ਆਵਾਜ਼ ਬਾਹਰੋਂ ਸਟੇਜ ਤੋਂ, ਮੇਲੋ ਦੀ ਮਾਂ। ਸੋ ਬਾਹਰੋਂ ਕਿਸੇ ਦੀ ਆਵਾਜ਼ ਆਉਂਦੀ ਹੈ ਜੋ ਆ ਕੇ ਪੁੱਛਦੀ ਹੈ ਮੇਲੋ ਦੀ ਮਾਂ। ਬਸੰਤੋ, ਮੇਲੋ ਮੇਲੋ ਉੱਠ ਛੇਤੀ, ਵੇਲਾ ਨਾ ਗਵਾ, ਉਹਨੂੰ ਖਿੱਚਦੀ ਹੈ। ਉਹ ਕਹਿੰਦੀ ਤੂੰ ਸਮਾਂ ਗਵਾ ਰਹੀ ਹੈ, ਇਸ ਤੋਂ ਪਹਿਲਾਂ ਕਿ ਤੇਰੇ ਘਰ ਦੇ ਆ ਜਾਣ ਤੂੰ ਚਲੀ ਜਾ। ਮੇਲੋ ਹੌਂਕਾ ਲੈ ਕੇ, ਮੈਂ ਖੂਹ ਵਿੱਚ ਛਾਲ ਮਾਰ ਦਿਉਂ, ਮੈਂ ਖੂਹ ਵਿੱਚ ਛਾਲ ਮਾਰ ਦਿਉਂ, ਮੈਂ ਨਹੀਂ ਜੀਣਾ, ਮੈਂ ਨਹੀਂ ਜੀਣਾ। ਬਸੰਤੋ ਉਹਨੂੰ ਬਦੋ ਬਦੀ ਖਿੱਚ ਕੇ ਲੈ ਜਾਂਦੀ ਹੈ, ਬਦੋ ਬਦੀ ਵਿੱਚੋਂ ਜ਼ਬਰਦਸਤੀ। ਬਾਹਰੋਂ ਮੇਲੋ ਦੀ ਆਵਾਜ਼ ਆਉਂਦੀ ਹੈ, ਮੈਂ ਮਰ ਜਾਵਾਂਗੀ, ਮੈਂ ਮਰ ਜਾਵਾਂਗੀ। ਆਵਾਜ਼ ਬਾਹਰੋਂ ਸਟੇਜ ਦੇ ਕੋਲ, ਮੇਲੋ ਦੀ ਮਾਂ, ਮੇਲੋ ਦੀ ਮਾਂ। ਸੋ ਇਹ ਆਵਾਜ਼ ਬੱਚੇ ਹੁਸ਼ਿਆਰ ਚੰਦ ਦੀ ਸੀ। ਹੁਸ਼ਿਆਰ ਚੰਦ, ਮੇਲੋ ਦੀ ਮਾਂ ਕੋਠੜੀ ਅੰਦਰ ਝਾਕਦਾ ਹੈ, ਮੇਲੋ ਦੀ ਮਾਂ ਬਾਹਰ ਚਲੀ ਗਈ ਹੋਣੀ ਹੈ। ਸਿਆਣਿਆਂ ਠੀਕ ਹੀ ਕਿਹਾ, ਬੁੱਢੀਆਂ ਦੀ ਮੱਤ ਖੁਰੀ ਪਿੱਛੇ ਹੁੰਦੀ ਹੈ। ਉਹ ਕਹਿੰਦਾ ਔਰਤਾਂ ਦੀ ਮੱਤ ਮਤਲਬ ਅਕਲ ਜਿਹੜੀ ਹੈ ਉਹ ਪੈਰਾਂ 'ਚ ਹੁੰਦੀ ਹੈ, ਇਹਨਾਂ ਨੂੰ ਅਕਲ ਹੀ ਨਹੀਂ ਹੁੰਦੀ, ਖੁਰੀ ਪਿੱਛੇ ਹੁੰਦੀ ਹੈ। ਸੋ ਉਹ ਆਪਣੀ ਘਰਵਾਲੀ ਨੂੰ ਲੱਭ ਰਿਹਾ ਹੈ, ਅੰਦਰ ਕੋਠੜੀ ਵਿੱਚ ਵੀ ਝਾਕਦਾ ਹੈ। 100 ਕੰਮ ਕਰਨੇ ਵਾਲੇ ਪਏ ਨੇ, ਜੇ ਉਹਨੂੰ ਘਰ ਛੱਡ ਕੇ ਜਾਣਾ ਹੀ ਚਾਹੀਦਾ ਸੀ, ਪਰ ਬੁੱਢਿਆਂ ਕੋਲ ਘਰ ਬੈਠ ਨਹੀਂ ਹੁੰਦਾ। ਜਦ ਤੱਕ 7 ਘਰ ਬਿੱਲੀ ਵਾਂਗ ਫਿਰ ਨਾ ਲੈਣ, ਇਹਨਾਂ ਨੂੰ ਚੈਨ ਨਹੀਂ ਆਉਂਦਾ। ਬਿੱਲੀ ਨੂੰ ਆਦਤ ਹੁੰਦੀ ਹੈ ਹਰੇਕ ਘਰਾਂ 'ਚ ਫਿਰਨ ਦੀ, ਕਹਿੰਦਾ ਜਦ ਤੱਕ ਔਰਤਾਂ ਸਾਰੇ ਘਰਾਂ 'ਚ ਫਿਰ ਨਾ ਲੈਣ ਇਹਨਾਂ ਨੂੰ ਚੈਨ ਨਹੀਂ ਆਉਂਦਾ। ਕੌਰਾਂ ਤੇ ਲਾਜੋ ਆਉਂਦੀਆਂ ਹਨ, ਲਾਜੋ ਨੱਚਦੀ ਟੱਪਦੀ ਗੁੱਡੀਆਂ ਕੋਲ ਜਾ ਬੈਠਦੀ ਹੈ। ਹੁਸ਼ਿਆਰ ਚੰਦ, ਬਾਹਰ ਕਿਉਂ ਚਲੀ ਗਈ ਸੀ? ਤੂੰ ਕਦੇ ਮੇਰੇ ਆਖੇ ਵੀ ਲੱਗੇਂਗੀ ਕਿ ਨਹੀਂ? ਉਹ ਕਹਿੰਦਾ ਤੂੰ ਬਾਹਰ ਕਿਉਂ ਚਲੀ ਗਈ ਸੀ? ਕਦੇ ਤੂੰ ਕਹਿੰਦਾ ਮੇਰਾ ਵੀ ਜ਼ਿੰਦਗੀ 'ਚ ਕਹਿਣਾ ਮੰਨੇਗੀ ਕਿ ਨਹੀਂ ਮੰਨੇਗੀ? ਮੈਂ ਤੈਨੂੰ ਕਿਉਂਕਿ ਕਿਹਾ ਸੀ ਘਰ ਵਿੱਚ ਪੈਸੇ ਨੇ, ਤੂੰ ਘਰੇ ਬੈਠ। ਕੌਰਾਂ, ਜਰਾ ਨੈਣ ਵੱਲ ਚੱਲੀ ਸੀ, ਰਾਹ ਵਿੱਚ ਕਰਮੋ ਦੀ ਮਾਂ ਮਿਲ ਗਈ, ਗੱਲਾਂ ਕਰਦਿਆਂ ਕਰਦਿਆਂ ਜਰਾ ਦੇਰ ਹੋ ਗਈ। ਹੁਸ਼ਿਆਰ ਚੰਦ, ਬੁੱਢੀਆਂ ਗੱਲਾਂ ਨੂੰ ਨਹੀਂ ਛੱਡਦੀਆਂ ਤੇ ਨਾ ਗੱਲਾਂ ਬੁੱਢੀਆਂ ਨੂੰ ਛੱਡਦੀਆਂ ਨੇ। ਬੇਵਕੂਫਾਂ ਨਾਲ ਵਾਹ ਪੈਣਾ ਵੀ 95 ਦਾ ਘਾਟਾ ਹੈ। ਸੋ ਕਹਿੰਦਾ 100% ਨਹੀਂ ਕਿਹਾ, ਕਹਿੰਦਾ 95, 95 ਮਤਲਬ 95। ਕਹਿੰਦਾ ਬੁੱਢੀਆਂ ਨਾਲ ਵੀ ਵਾਹ ਪੈਣਾ ਨਾ, ਕਹਿੰਦਾ ਸਾਰੀ ਉਮਰ ਦਾ ਘਾਟਾ ਹੀ ਹੈ। ਕੌਰਾਂ, ਬਸ ਤੂੰ ਤਾਂ ਸਦਾ ਇਸੇ ਤਰ੍ਹਾਂ ਹੀ ਕਰਦਾ ਰਹਿਣਾ ਹੈ। ਅੱਛਾ ਹੁਣ ਮੈਨੂੰ ਜੰਝ ਵੱਲੋਂ ਦੱਸ ਕੁਝ। ਜੰਝ ਬੱਚਿਓ ਬਰਾਤ ਵੱਲੋਂ। ਹੁਸ਼ਿਆਰ ਚੰਦ, ਜੰਝ ਆ ਗਈ ਹੋਣੀ ਹੈ ਤੇ ਸਾਰਾ ਇੰਤਜ਼ਾਮ ਠੀਕ ਹੈ, ਬਸ ਉਹ ਦੂਜੇ ਘਰ ਢੁਕਣੀ ਵਾਲੀ ਹੈ। ਇਸ ਵੇਲੇ ਦੂਰੋਂ ਢੋਲਾਂ ਵਾਜਿਆਂ ਦੀ ਆਵਾਜ਼ ਆਉਂਦੀ ਹੈ, ਲੈ ਆ ਗਏ ਨਹੀਂ, ਹੁਣ ਬਸ ਸਾਨੂੰ ਸੱਦਾ ਆਇਆ ਕਿ ਆਇਆ। ਸੋ ਬੱਚਿਓ ਬਰਾਤ ਪਹਿਲਾਂ ਬਰਾਤ ਘਰ ਵਿੱਚ ਆਏਗੀ, ਉੱਥੋਂ ਇਹ ਸਾਰੇ ਲੋਕੀ ਉੱਥੇ ਵਿਆਹ ਕਰਨ ਵਾਸਤੇ ਜਾਣਗੇ। ਕੌਰਾਂ, ਫਿਰ ਮੈਂ ਲਾਲ ਸਾਲੂ ਲੈ ਲਵਾਂ? ਸਾਲੂ ਬੱਚਿਓ ਲਾਲ ਦੁਪੱਟੇ ਨੂੰ ਕਿਹਾ ਹੋਇਆ, ਆਪਣੀ ਫੁਲਕਾਰੀ ਲਾਲ ਕੱਢ ਕੇ ਸੰਦੂਕ 'ਚੋਂ ਲਾਲ ਸਾਲੂ ਕੱਢ ਕੇ ਉੱਤੇ ਲੈਂਦੀ ਹੈ। ਪਾਂਦਾ, ਪਾਂਦਾ ਹੈਗਾ ਪੰਡਤ, ਬਾਹਰੋਂ ਹੀ, ਇਹ ਮਹਾਰਾਜ ਛੇਤੀ ਕਰੋ, ਦੇਰੀ ਕਿਉਂ ਕਰਦੇ ਹੋ? ਦੇਰ ਕਿਉਂ ਕਹਿੰਦਾ ਲਾਈ ਹੈ, ਟਾਈਮ ਹੋਇਆ ਜਾ ਰਿਹਾ ਲਾਵਾਂ ਦਾ, ਜਲਦੀ ਆਓ। ਹੁਸ਼ਿਆਰ ਚੰਦ, ਡੇਰੀ ਕੋਈ ਨਹੀਂ ਪਾਂਦਾ ਜੀ, ਤੁਸੀਂ ਚੱਲੋ, ਅਸੀਂ ਆਏ ਤੁਹਾਡੇ ਮਗਰ ਕੁੜੀ ਨੂੰ ਸੱਦ, ਉਹਨੂੰ ਨਵੇਂ ਕੱਪੜੇ ਪਾ ਤੇ ਛੇਤੀ ਕਰ। ਤੇ ਉਹ ਕਹਿ ਰਿਹਾ ਕਿ ਜਲਦੀ ਜਲਦੀ ਤੂੰ ਕੁੜੀ ਨੂੰ ਬੁਲਾ, ਮੇਲੋ ਨੂੰ ਬੁਲਾ ਤੇ ਉਹਦੇ ਨਵੇਂ ਕੱਪੜੇ ਪਾ। ਸੋ ਬੱਚਿਓ ਮੇਲੋ ਤੋਂ ਬਸੰਤੋ ਦੇ ਕਹਿਣ ਤੇ ਘਰੋਂ ਭੱਜ ਗਈ ਸੀ। ਕੌਰਾਂ, ਕੁੜੀ ਤਾਂ ਇੱਥੇ ਹੈ ਹੀ ਨਹੀਂ, ਅੰਦਰ ਹੋਣੀ ਹੈ। ਕੋਠੜੀ ਵੱਲ ਜਾ ਕੇ, ਨੀ ਮੇਲੋ ਕੁੜੇ ਲੁਕਦੀ ਕਿਉਂ ਫਿਰਨੀ ਹੈ? ਛੇਤੀ ਕਰ, ਇਹ ਵੇਲਾ ਸ਼ਰਮਾਉਣ ਦਾ ਨਹੀਂ, ਛੇਤੀ ਕਰ ਮੇਰੀ ਬੀਬੀ ਧੀ। ਉਹ ਕਹਿੰਦੀ ਤੂੰ ਕਿਉਂ ਸੰਗੀ ਜਾਂਦੀ ਆ ਕੁੜੇ, ਬਾਹਰ ਆ ਜਾ, ਆ ਜਾ ਮੇਰੀ ਬੀਬੀ ਧੀ, ਮੇਰੀ ਪਿਆਰੀ ਧੀ ਆ ਜਾ। ਹੁਸ਼ਿਆਰ ਚੰਦ, ਕੁੜੀਏ ਤੂੰ ਕਿੱਥੇ ਪਈ ਐ, ਆਉਂਦੀ ਕਿਉਂ ਨਹੀਂ, ਛੇਤੀ ਕਰ। ਪਾਂਦਾ ਵੀ ਬਾਹਰੋਂ, ਮਹਾਰਾਜ ਵੇਲਾ ਲੰਘਦਾ ਜਾਂਦਾ ਹੈ, ਤੁਹਾਨੂੰ ਸੱਦਦੇ ਨੇ। ਉਹ ਕਹਿੰਦਾ ਵੀ ਸਮਾਂ ਹੋ ਗਿਆ ਲਾਵਾਂ ਦਾ, ਉਹਨਾਂ ਨੂੰ ਜਲਦੀ ਬੁਲਾਓ। ਹੁਸ਼ਿਆਰ ਚੰਦ, ਚਲੋ ਪਾਂਦਾ ਜੀ ਅਸੀਂ ਆਏ ਹੁਣੇ, ਕੁੜੀ ਨੂੰ ਕੱਪੜੇ ਪਾਉਣੇ ਐ। ਕੌਰਾਂ ਨੂੰ ਬੋਲਦੀ ਨਹੀਂ, ਜਾਂ ਅੰਦਰ ਵੇਖ ਤੇ ਉਹਨੂੰ ਬਾਹਰ ਲਿਆ, ਭਲਾ ਇਹ ਕਿਹੜਾ ਵੇਲਾ ਹੋਇਆ ਸ਼ਰਮਾਉਣ ਦਾ। ਕੌਰਾਂ ਕੋਠੜੀ ਦੇ ਅੰਦਰ ਜਾਂਦੀ ਹੈ, ਨੀ ਮੇਲੋ ਆ ਜਾ ਬਾਹਰ ਮੇਰੀ ਬੀਬੀ ਧੀ, ਡਰਨੀ ਕਾਹਨੂੰ ਫਿਰਨੀ ਹੈ, ਆ ਜਾ ਮੇਲੋ, ਨੀ ਮੇਲੋ। ਹੱਥ ਮਲਦੀ ਮਲਦੀ ਬਾਹਰ ਆਉਂਦੀ ਹੈ, ਕੁੜੀ ਤਾਂ ਇੱਥੇ ਹੈ ਹੀ ਨਹੀਂ, ਹੁਣ ਕੀ ਕਰਾਂਗੇ, ਹਾਏ ਹੁਣ ਕੀ ਕਰਾਂਗੇ। ਹੁਣ ਜਦੋਂ ਦੇਖਦੀ ਆ ਕਿ ਕੁੜੀ ਤਾਂ ਘਰ ਵਿੱਚ ਨਹੀਂ, ਉਹ ਕਹਿੰਦੀ ਹਾਏ ਹੁਣ ਆਪਾਂ ਕੀ ਕਰਾਂਗੇ, ਬਰਾਤ ਤਾਂ ਆ ਗਈ ਹੈ। ਹੁਸ਼ਿਆਰ ਚੰਦ, ਨਹੀਂ ਨਹੀਂ ਇੱਥੇ ਹੀ ਆਉਣੀ ਹੈ, ਆਵਾਜ਼ ਮਾਰ ਉਹਨੂੰ, ਆਵਾਜ਼ ਮਾਰ। ਕੌਰਾਂ, ਮੇਲੋ ਨੀ ਮੇਲੋ, ਵੇਲੇ ਸਿਰ ਕਿੱਥੇ ਮਰ ਗਈ ਐ। ਹੁਸ਼ਿਆਰ ਚੰਦ ਵੀ ਇੱਧਰ ਉੱਧਰ
ਵੇਖਦਾ ਹੈ ਤੇ ਨਾਲੇ ਆਵਾਜ਼ਾਂ ਮਾਰਦਾ ਹੈ, ਹਾਏ ਅਸੀਂ ਭੰਡੇ ਗਏ, ਕੁੜੀ ਤਾਂ ਇੱਥੇ ਹੈ ਹੀ ਨਹੀਂ, ਹੁਣ ਕੀ ਕਰਾਂਗੇ। ਉਹ ਕਹਿੰਦਾ ਸਾਡੀ ਤਾਂ ਸਾਰੀ ਇੱਜ਼ਤ ਖਰਾਬ ਹੋ ਗਈ, ਹੁਣ ਕੀ ਕਰਾਂਗੇ, ਭਾਵੇਂ ਕਿਤੇ ਨੱਠ ਗਈ ਹੈ, ਭਾਵੇਂ ਸਿਰ ਸਵਾਹ ਪਾ ਗਈ ਹੈ, ਸਾਡੀ ਤਾਂ ਕਹਿੰਦਾ ਉਹ ਬੇਇੱਜ਼ਤੀ ਕਰ ਗਈ ਹੈ, ਪਤਾ ਨਹੀਂ ਕੁੜੀ ਘਰੋਂ ਕਿੱਥੇ ਚਲੀ ਗਈ ਹੈ। ਹੁਸ਼ਿਆਰਚੰਦ, ਮੈਂ ਤੈਨੂੰ ਆਖਿਆ ਭਈ ਘਰ ਛੱਡ ਕੇ ਨਾ ਜਾਈਂ, ਹੁਣ ਰੋ ਬੈਠ ਕੇ ਜਾਂਦਿਆਂ ਬੱਚੋ ਜੰਮਦਿਆਂ ਨੂੰ। ਉਹ ਕਹਿੰਦਾ ਹੁਣ ਤੂੰ ਬੈਠ ਕੇ ਰੋ, ਮੈਂ ਤੈਨੂੰ ਕਿਹਾ ਵੀ ਸੀ ਤੂੰ ਘਰ ਛੱਡ ਕੇ ਨਾ ਜਾਈਂ। ਕੌਰਾਂ, ਨੀ ਕੁੜੀਏ, ਹਾਏ ਲੋਕਾਂ ਵਿੱਚ ਭੰਡੀ ਹੋ ਸਾਡੀ, ਹੁਣ ਲਾਵਾਂ ਤੇ ਕਿਹਨੂੰ ਬਿਠਾਵਾਂਗੇ, ਹਾਏ ਮੈਂ ਮਰ ਜਾਵਾਂ, ਕੀ ਕਰਾਂ। ਉਹ ਕਹਿੰਦੇ ਵੀ ਹੁਣ ਲਾਵਾਂ ਦਾ ਟਾਈਮ ਹੋ ਗਿਆ ਵਿਆਹ ਦਾ, ਹੁਣ ਆਪਾਂ ਉੱਥੇ ਕਿਹਨੂੰ ਬਿਠਾਵਾਂਗੇ, ਕੀ ਕਹਾਂਗੇ, ਸਾਡੀ ਕੁੜੀ ਭੱਜ ਗਈ। ਪਾਂਦਾ ਬਾਹਰੋਂ, ਮਹਾਰਾਜ ਮੈਂ 3 ਵਾਰੀ ਆਇਆ, ਤੁਸੀਂ ਆਉਂਦੇ ਕਿਉਂ ਨਹੀਂ, ਸ਼ੁਭ ਲਗਨ ਦੀਆਂ ਘੜੀਆਂ ਤਾਂ ਬੀਤਦੀਆਂ ਜਾਂਦੀਆਂ ਨੇ। ਦੂਜੇ ਬੰਨੇ ਦਾ ਪ੍ਰੋਹਤ ਨਾਰਾਜ਼ ਹੁੰਦਾ ਪਿਆ ਹੈ। ਪ੍ਰੋਹਤ ਬੱਚਿਓ ਜਿਹੜਾ ਉਧਰੋਂ ਨਾਲ ਉਹਨਾਂ ਦੇ ਪਾਂਦਾ ਆਇਆ ਸੀ, ਪੰਡਤ ਆਇਆ ਸੀ, ਕਹਿੰਦਾ ਉਹ ਨਾਰਾਜ਼ ਹੋ ਰਿਹਾ ਹੈ ਕਿ ਟਾਈਮ ਬੀਤਦਾ ਜਾ ਰਿਹਾ ਹੈ। ਹੁਸ਼ਿਆਰਚੰਦ ਟੁੱਟੀ ਹੋਈ ਆਵਾਜ਼ ਵਿੱਚ, ਚਲੋ ਪਾਂਦਾ ਜੀ, ਅਸੀਂ ਆਵੇਂ ਕਰਨੇ ਆ। ਕੌਰਾਂ, ਹੁਣ ਦੱਸ ਕੀ ਕਰਨਾ ਹੈ, ਹੁਣ ਵੇਲਾ ਕਿੱਦਾਂ ਪੂਰਨਾ ਹੈ। ਉਹ ਕਹਿੰਦਾ ਵੀ ਕੋਈ ਨਹੀਂ ਪੰਡਤ ਜੀ, ਅਸੀਂ ਆ ਰਹੇ ਹਾਂ, ਤੇ ਆਪਣੀ ਘਰਵਾਲੀ ਨੂੰ ਵੀ ਪੁੱਛਦਾ ਹੈ ਕਿ ਹੁਣ ਆਪਾਂ ਕੀ ਕਰੀਏ। ਕੌਰਾਂ, ਹਾਏ ਕੁੜੀ ਨਿੱਜ ਜੰਮਦੀ, ਮੈਂ ਕੀ ਦੱਸਾਂ, ਮੈਨੂੰ ਕੁਝ ਨਹੀਂ ਔੜਦੀ। ਉਹ ਕਹਿੰਦੇ ਤੂੰ ਤਾਂ ਨਾ ਹੀ ਜੰਮਦੀ ਕੁੜੀ, ਹੁਣ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ, ਕੀ ਕਰੀਏ ਤੇ ਕੀ ਨਾ ਕਰੀਏ। ਛੇਤੀ ਕਰ, ਲਾਵਾਂ ਵਾਲੀ ਚੁੰਨੀ ਪਾ ਲਾਜੋ ਨੂੰ, ਨਹੀਂ ਤਾਂ ਰਹਿ ਨਹੀਂ ਆਉਣੀ। ਸੋ ਹੁਸ਼ਿਆਰਚੰਦ ਬੱਚਿਓ ਇੱਥੇ ਕਿੱਡਾ ਵੱਡਾ, ਕਿੰਨਾ ਮਤਲਬੀ ਤੇ ਕਿੰਨਾ ਲਾਲਚੀ ਤੇ ਕਿੰਨਾ ਢੀਠ ਬਾਪ ਦਿਖਾਇਆ ਹੈ। ਉਹ ਆਪਣੀ ਛੋਟੀ ਜਿਹੀ ਕੁੜੀ ਜਿਹੜੀ ਲਾਜੋ 5-6 ਸਾਲ ਦੀ ਗੁੱਡੀਆਂ ਪਟੋਲਿਆਂ ਨਾਲ ਖੇਲਦੀ ਸੀ, ਉਹ ਕਹਿੰਦਾ ਇਹਦੇ ਉੱਤੇ ਲਾਲ ਚੁੰਨੀ ਪਾ ਕੇ ਤੂੰ ਇਹਨੂੰ ਹੀ ਉੱਥੇ ਲੈ ਆ। ਤੜਪ ਕੇ ਹੁਸ਼ਿਆਰਚੰਦ ਕੋਲੋਂ ਪਰੇ ਹਟ ਜਾਂਦੀ ਹੈ ਤੇ ਚੁੰਨੀ ਨੂੰ ਘੁੱਟ ਕੇ ਫੜ ਲੈਂਦੀ ਹੈ। ਹਾਏ ਨਹੀਂ, ਹਾਏ ਜ਼ੁਲਮ। ਸੋ ਕੌਰਾਂ ਕਹਿੰਦੇ ਆ ਕਿ ਨਹੀਂ ਇਹ ਤਾਂ ਜ਼ੁਲਮ ਹੋਏਗਾ, ਉਹ ਤਾਂ ਬੜੀ ਛੋਟੀ ਜਿਹੀ ਕੁੜੀ ਆ, ਹਜੇ 5-6 ਸਾਲ ਦੀ ਉਮਰ ਦੀ ਹੈ। ਹੁਸ਼ਿਆਰਚੰਦ, ਜ਼ੁਲਮ ਦੀ ਲੱਗਦੀ ਨਾ ਹੋਵੇ, ਚੁੰਨੀ ਖੋਹ ਕੇ ਲਾਜੋ ਤੇ ਪਾਉਂਦਾ ਹੈ ਤੇ ਇਹਨੂੰ ਗੁੱਡੀਆਂ ਨਾਲ ਖੇਡਦੀ ਨੂੰ ਚੁੱਕ ਕੇ ਲੈ ਜਾਂਦਾ ਹੈ। ਸੋ ਜਿਹੜੀ ਕੁੜੀ ਛੋਟੀ ਜਿਹੀ ਬੱਚੋ ਗੁੱਡੀਆਂ ਨਾਲ ਖੇਲ ਰਹੀ ਸੀ, ਉਹਨੂੰ ਚੁੱਕ ਕੇ ਲੈ ਜਾਂਦਾ ਹੈ ਉਸ ਬੁੱਢੇ ਨਾਲ ਵਿਆਹ ਕਰਨ ਵਾਸਤੇ। ਕੌਰਾਂ ਪਿੱਛੇ ਕੁਰਲਾਉਂਦੀ ਦੇ ਦੁਹੱਥੜੇ ਮਾਰਦੀ ਹੈ, ਉਹ ਜ਼ੋਰ ਦੀ ਰੋਂਦੀ ਹੈ, ਹਾਏ ਵੇ ਜ਼ੁਲਮ ਹੋ ਗਿਆ। ਤਾਂ ਹੁਣ ਉਹਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਮੇਰੀ ਛੋਟੀ ਜਿਹੀ ਕੁੜੀ ਦਾ ਇੱਕ ਬੁੜੇ ਨਾਲ ਵਿਆਹ ਕਰਨ ਜਾ ਰਹੇ ਹਨ। ਲਾਜੋ ਪਿਓ ਦੇ ਕੁੱਛੜੋਂ ਉਤਰਨ ਲਈ ਲੱਤਾਂ ਬਾਹਾਂ ਮਾਰਦੀ ਹੈ, ਮੇਰੀਆਂ ਗੁੱਡੀਆਂ, ਹਾਏ ਮੇਰੀਆਂ ਗੁੱਡੀਆਂ, ਮੈਨੂੰ ਗੁੱਡੀਆਂ ਨਾਲ ਖੇਡਣ ਦਿਓ। ਸੋ ਬੱਚੋ ਲਾਜੋ ਨੂੰ ਕੁਛ ਨਹੀਂ ਪਤਾ ਕਿ ਕੀ ਹੋ ਰਿਹਾ ਹੈ, ਉਹਨੂੰ ਤਾਂ ਸਿਰਫ ਉਹਦੀ ਉਮਰ ਹਜੇ ਗੁੱਡੀਆਂ ਪਟੋਲਿਆਂ ਨਾਲ ਖੇਲਣ ਦੀ ਸੀ ਤੇ ਉਹ ਬਾਰ-ਬਾਰ ਆਪਣੇ ਜਦੋਂ ਉਹਦਾ ਬਾਪ ਉਹਨੂੰ ਧੱਕੇ ਨਾਲ ਚੁੱਕ ਕੇ ਲੈ ਕੇ ਜਾਂਦਾ ਹੈ ਤਾਂ ਉਹ ਲੱਤਾਂ ਬਾਹਾਂ ਮਾਰਦੀ ਹੈ, ਕਹਿੰਦੀ ਮੈਨੂੰ ਆਪਣੀ ਗੁੱਡੀਆਂ ਪਟੋਲਿਆਂ ਨਾਲ ਖੇਲਣ ਦਿਓ, ਤੁਸੀਂ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ। ਸੋ ਇਸ ਤਰ੍ਹਾਂ ਬੱਚਿਓ ਇਸ ਇਕਾਂਗੀ ਦਾ ਅੰਤ ਹੁੰਦਾ ਹੈ, ਪਰਦਾ ਗਿਰ ਜਾਂਦਾ ਹੈ, ਇਕਾਂਗੀ ਖਤਮ ਹੋ ਜਾਂਦੀ ਹੈ। ਸੋ ਇਸ ਵਿੱਚ ਜ਼ਿਆਦਾਤਰ ਇਹੀ ਵਿਸ਼ਾ ਦਿਖਾਇਆ ਗਿਆ ਹੈ ਕਿ ਅਣਜੋੜ ਵਿਆਹ ਸਮਾਜਿਕ ਬੁਰਾਈ ਪੁਰਾਣੇ ਜ਼ਮਾਨੇ ਦੇ ਵਿੱਚ, ਜਦ ਕਿ ਹੁਣ ਇਹ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਹੈ ਕਿਉਂਕਿ ਵਿੱਦਿਆ ਦੇ ਪਸਾਰ ਨਾਲ ਹੁਣ ਕਾਫੀ ਇਹ ਚੀਜ਼ਾਂ ਘਟ ਗਈਆਂ ਨੇ। ਪਰ ਇਸ ਇਕਾਂਗੀ ਵਿੱਚ ਹੁਸ਼ਿਆਰਚੰਦ ਨੂੰ ਬਹੁਤ ਹੀ ਢੀਠ, ਲਾਲਚੀ, ਆਪਣੇ ਪਰਿਵਾਰਿਕ ਪਿਆਰ ਤੋਂ ਸੱਖਣਾ ਦਿਖਾਇਆ ਗਿਆ ਹੈ। ਇਸ ਦੇ ਆਧਾਰ ਤੇ ਬੱਚੇ ਤੁਸੀਂ ਇਹ ਵਰਕਸ਼ੀਟ ਕਰੋਗੇ, ਜਿਹੜੀ ਤੁਸੀਂ ਇਹ ਫੇਅਰ ਕਾਪੀ ਤੇ ਕਰਨੀ ਹੈ। ਧੰਨਵਾਦ।